ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਅਗਮ ਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਆਸਾ ਤੁਮ ਚੰਦਨ ਹਮ ਰੰਡ ਵਾਪਰੇ ਸੰਗ ਤੁਮਾਰੇ ਵਾਸਾ ਨੀਚ ਰੂਖ ਤੇ ਊਚ ਭਏ ਹੈ ਗੰਧ ਸੁਗੰਧ ਨਿਵਾਸਾ ਮਾਧੋ ਸਤ ਸੰਗਤ ਸ਼ਰਨ ਤੁਮਾਰੀ ਹਮ ਔਗਣ ਤੁਮ ਉਪਕਾਰੀ ਰਹਾਓ ਤੁਮ ਅਖਤੂਲ ਸੁਪੇਦ ਸਪੀਲ ਹੰਬ ਪਰੇ ਜਸ ਕੀਰਾ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਦਪ ਮਖੀਰਾ जाति ओछा पाति ओछा ओछा जन्म हमारा राजा राम की सेव न कीनी कह रविदास चमारा जाति ओछा पाति ओछा ओछा जन्म हमारा राजा राम की सेव न कीनी कह रविदास चमारा। वाहिगुरु जी का खालसा वाहिगुरु जी की फतेह। परम सत्कारयोग सतगुरु जी की साजी निवाजी गुरु रूप गुरु खालसा साध संगत जीओ गुरबाणी का महावाक है हर गुण पढ़िए हर गुण गुणीए हर हर नाम कथा नित सुनिए मिल सत संगत हर गुण गाए जग भौजल दुतर तरीए जीओ। वाहिगुरु दे रोज गुण गाइए गुण गुणाइए ते महाराज कहंदे परमेश्वर दे नाम की कथा रोज सुननी चाहिए है। हर गुण पढ़िए हर गुण गुणीए हर हर नाम कथा नित सुनिए ते महाराज कहते मिल सत संगत हर गुण गाए जग भोजल दुतर तरीए जीओ। संगत विच बैठ के परमेश्वर का नाम जपीए जीव सहज सुखैन ही भवजल नूं पार हो जाता है। सो ऐसा समा वाहिगुरु दे गुण गाण दा वाहिगुरु दे नाम की कथा सुनन दा आपां नूं सुभाग प्राप्त हो रहा है। गुरबाणी की कथा परमेश्वर की ही कथा है। सो चल रही लड़ीवार कथा विचार दे तहत आसा राग दे विच भगतां दी बाणी विचों भगत रविदास जी की पावन बाणी का आप जी ने शब्द इस समय सुनना कीता है। आसा राग दे विच भगत रविदास जी का ये तीसरा शब्द है। इस पावन शब्द दे विच भगत रविदास जी उत्तम जगियासू की अवस्था नूं बयान करते हैं।
ਤਿੰਨ ਪ੍ਰਕਾਰ ਦੇ ਜਗਿਆਸੂ ਹੁੰਦੇ ਹਨ, ਉੱਤਮ, ਮੱਧਮ ਔਰ ਕਨਿਸ਼ਟ। ਇੱਥੇ ਉੱਤਮ ਜਗਿਆਸੂ ਦੀ ਅਵਸਥਾ ਨੂੰ ਬਿਆਨ ਕੀਤਾ ਹੈ। ਜਦੋਂ ਕੋਈ ਸਾਧਨਾ ਦੇ ਵਿੱਚ ਸਫਲ ਹੁੰਦਾ ਹੈ, ਪਰਮਾਤਮਾ ਦੇ ਨੇੜੇ ਹੁੰਦਾ ਹੈ, ਅਤੇ ਉਹਨੂੰ ਸਭ ਤੋਂ ਪਹਿਲਾਂ ਆਪਣਾ ਆਪ ਦਿਖਾਈ ਦੇਣ ਲੱਗ ਪੈਂਦਾ ਵੀ ਮੈਂ ਕੀ ਹਾਂ, ਮੇਰੀ ਕੀ ਹਸਤੀ ਹੈ। ਦੂਜੇ ਪਾਸੇ ਉਹਨੂੰ ਪਰਮਾਤਮਾ ਦਿਖਾਈ ਦੇਣ ਲੱਗ ਪੈਂਦਾ ਵੀ ਪਰਮਾਤਮਾ ਦੀ ਕੀ ਹਸਤੀ ਹੈ, ਪਰਮਾਤਮਾ ਦੇ ਵਿੱਚ ਕਿਹੜੇ ਗੁਣ ਹਨ। ਸਾਧਨਾ ਕਰਦਿਆਂ ਕਰਦਿਆਂ ਇਹ ਅਵਸਥਾ ਆਉਂਦੀ ਹੈ, ਇਹ ਸਮਾਂ ਆਉਂਦਾ ਹੈ, ਜੀਵ ਨੂੰ ਪਤਾ ਲੱਗ ਜਾਂਦਾ ਵੀ ਮੈਂ ਕੀ ਹਾਂ, ਮੇਰੇ ਵਿੱਚ ਕਿੰਨੇ ਔਗਣ ਹਨ। ਜਿਵੇਂ ਆਪਾਂ ਵੇਖਦੇ ਹਾਂ ਨਾ, ਜਦੋਂ ਕੋਈ ਇਮਤਿਹਾਨ ਹੁੰਦੇ ਨੇ ਬੱਚਿਆਂ ਦੇ, ਤਾਂ ਉਹ ਪਤਾ ਲੱਗ ਜਾਂਦਾ, ਜਦੋਂ ਸਾਹਮਣੇ ਕੁਐਸਚਨ ਪੇਪਰ ਆਉਂਦਾ ਹੈ, ਪਤਾ ਲੱਗ ਜਾਂਦਾ ਵੀ ਮੈਨੂੰ ਇਹਦੇ ਵਿੱਚੋਂ ਕਿੰਨੇ ਕੁ ਆਉਂਦੇ ਨੇ, ਕਿੰਨੇ ਕੁ ਨਹੀਂ ਆਉਂਦੇ, ਮੈਂ ਕਿੰਨਾ ਕੁ ਪੜ੍ਹਿਆ ਹਾਂ, ਉੱਥੇ ਜਾ ਕੇ ਪਤਾ ਲੱਗਦਾ ਹੈ। ਇਸੇ ਤਰ੍ਹਾਂ ਜਦੋਂ ਕੋਈ ਸਾਧਨਾ ਕਰਦਾ ਹੈ, ਇੱਕ ਦਿਨ ਉਹ ਅਵਸਥਾ ਵੀ ਆਉਂਦੀ ਹੈ ਜਦੋਂ ਇਹ ਪਤਾ ਲੱਗਦਾ ਹੈ, ਅਤੇ ਉਸ ਸਮੇਂ ਫਿਰ ਹਿਰਦੇ ਦੇ ਵਿੱਚੋਂ ਇੱਕ ਅਰਦਾਸ, ਇੱਕ ਬੇਨਤੀ, ਅਰਜ਼ੋਈ ਨਿਕਲਦੀ ਹੈ, ਹੇ ਮਾਲਕ, ਸਾਡੀ ਕੀ ਅਵਸਥਾ ਹੈ, ਪਰ ਤੁਸੀਂ ਬੜੇ ਦਿਆਲੂ ਹੋ, ਬੜੀ ਸਾਡੇ 'ਤੇ ਕਿਰਪਾ ਕਰਦੇ ਹੋ। ਭਾਈ ਸਾਹਿਬ ਭਾਈ ਗੁਰਦਾਸ ਜੀ ਉਸ ਅਵਸਥਾ ਦਾ ਜ਼ਿਕਰ ਕਰਦੇ ਨੇ ਜੋ ਇੱਥੇ ਭਗਤ ਰਵਿਦਾਸ ਜੀ ਨੇ ਬਿਆਨ ਕੀਤੀ ਹੈ। ਭਾਈ ਗੁਰਦਾਸ ਜੀ ਉਸ ਨੂੰ ਇਸ ਤਰ੍ਹਾਂ ਬਿਆਨ ਕਰਦੇ ਨੇ। ਉਹਨਾਂ ਨੇ 3 ਪ੍ਰਮਾਣ ਦਿੱਤੇ ਨੇ। ਭਾਈ ਗੁਰਦਾਸ ਜੀ ਆਪਣੀ ਬਾਣੀ ਦੇ ਵਿੱਚ ਲਿਖਦੇ ਨੇ, ਕਹਿੰਦੇ ਕਿ ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਨਿਰਦੈ, ਪਤਤ ਪਾਵਨ ਸੁਣ ਆਸਾ ਉਰਧਾਰ ਹੋ, ਅੰਤਰਜਾਮੀ ਸੁਣ ਕੰਪਤ ਹੋ, ਅੰਤਰਗਤ ਦੀਨ ਕੈ ਦਿਆਲ ਸੁਣ ਭੈ ਭ੍ਰਮਟਾਰ ਹੋ, ਜਲ ਦਰ ਸੰਗਮ ਕੈ ਅਫਲ, ਸਿੰਬਲ ਧਰਮ ਚੰਦਨ ਸੁਗੰਧ ਸੁਣਬੰਧ ਮਲਗਾਰ ਹੋ। ਇਹ 3 ਪ੍ਰਮਾਣ ਦਿੱਤੇ ਨੇ। ਆਪਣੀ ਕਰਨੀ ਕਰ ਨਰਕ ਹੂੰ, ਨਾ ਪਾਵੋ ਠੋਰ, ਤੁਮਰੇ ਬਿਰਦ ਕਰ ਆਸਰੋ ਸੁਮਾਰ ਹੋ। ਪਹਿਲਾ ਪ੍ਰਮਾਣ ਕਹਿੰਦੇ, ਇਹ ਵਾਹਿਗੁਰੂ ਨਿਰੰਕਾਰ, ਜਦੋਂ ਕੋਈ ਜਗਿਆਸੂ ਰੱਬ ਦੇ ਨੇੜੇ ਹੁੰਦਾ ਨਾ, ਤਾਂ ਫਿਰ ਉਹ ਪਰਮਾਤਮਾ ਨਾਲ ਗੱਲਾਂ ਕਰਦਾ ਹੈ ਕਿ ਮੈਂ ਸੁਣਿਆ ਹੈ ਤੂੰ ਭਗਤ ਵਸ਼ਲ ਹੈ, ਭਾਵ ਭਗਤਾਂ ਦਾ ਸਹਾਇਕ ਹੈ, ਭਗਤਾਂ ਦੀ ਮਦਦ ਕਰਨ ਵਾਲਾ ਹੈ, ਹਰ ਸਮੇਂ ਭਗਤਾਂ ਦੇ ਨਾਲ ਹੈ। ਜਦੋਂ ਮੈਂ ਇਹ ਸੁਣਦਾ ਹਾਂ ਤੇ ਮੈਂ ਨਿਰਾਸ਼ ਹੋ ਜਾਂਦਾ ਹਾਂ, ਕਿਉਂਕਿ ਮੇਰੇ ਕੋਲ ਤਾਂ ਕੋਈ ਭਗਤੀ ਹੈ ਹੀ ਨਹੀਂ। ਭਗਤ ਵਸ਼ਲ ਸੁਣ ਹੋਤ ਹੋ ਨਿਰਾਸ ਹਿਰਦੈ, ਪਤਤ ਪਾਵਨ ਸੁਣ ਆਸਾ ਉਰਧਾਰੋਂ। ਪਰ ਜਦੋਂ ਸੁਣਦਾ ਤੂੰ ਪਤਤਾਂ ਨੂੰ ਵੀ ਪਾਵਨ ਕਰਨ ਵਾਲਾ ਹੈ, ਮੇਰੇ ਮਨ ਵਿੱਚ ਆਸ ਵੱਝ ਜਾਂਦੀ ਹੈ, ਮੇਰਾ ਵੀ ਭਲਾ ਹੋ ਜਾਵੇਗਾ। ਦੂਸਰਾ ਪ੍ਰਮਾਣ, ਅੰਤਰਜਾਮੀ ਸੁਣ ਕੰਪਤ ਹੋ, ਅੰਤਰਗਤ ਦੀਨ ਕੈ ਦਿਆਲ ਸੁਣ ਭੈ ਭ੍ਰਮਟਾਰੋਂ। ਜਦੋਂ ਸੁਣਦੇ ਹਾਂ ਗੁਰਮੁਖਾਂ ਦੇ ਕੋਲੋਂ ਕਿ ਰੱਬ ਘੱਟ ਘੱਟ ਜਾਣਨ ਵਾਲਾ ਹੈ, ਉਹ ਸਾਡੇ ਹਰ ਸਮੇਂ ਨੂੰ ਵੇਖ ਰਿਹਾ ਹੈ, ਉਹ ਸਾਡੇ ਅੰਦਰ ਦੇ ਜਿਹੜੇ ਸਾਡੇ ਫੁਰਨੇ ਚੱਲ ਰਹੇ ਨੇ, ਸਾਡੇ ਅੰਦਰ ਕੀ ਚੱਲ ਰਿਹਾ ਉਸ ਨੂੰ ਵੀ ਜਾਣਦਾ ਹੈ। ਅੰਤਰਜਾਮੀ ਸੁਣ ਕੰਪਤ ਹੋ, ਅੰਤਰਗਤ ਤਾਂ ਮੈਂ ਕੰਬਣ ਲੱਗ ਜਾਂਦਾ ਡਰ ਦੇ ਨਾਲ, ਕਿਉਂਕਿ ਮੇਰਾ ਅੰਦਰ ਬੜਾ ਮਲੀਨ ਹੈ, ਅੰਦਰ ਬੜੇ ਮਾੜੇ ਫੁਰਨੇ ਚੱਲਦੇ ਨੇ। ਅੰਤਰਜਾਮੀ ਸੁਣ ਕੰਪਤ ਹੋ, ਅੰਤਰਗਤ ਦੀਨ ਕੈ ਦਿਆਲ ਸੁਣ ਭੈ ਭ੍ਰਮਟਾਰੋਂ। ਪਰ ਜਦੋਂ ਸੁਣਦਾ ਹਾਂ ਤੂੰ ਦੀਨਾਂ 'ਤੇ ਦਇਆ ਕਰਨ ਵਾਲਾ ਹੈ,
ਤਾਂ ਮੇਰਾ ਇਹ ਭਰਮ ਵੀ ਨਿਵਰਤ ਹੋ ਜਾਂਦਾ ਹੈ ਕਿ ਪਰਮਾਤਮਾ ਮੈਨੂੰ ਬਖਸ਼ ਲਵੇਗਾ। ਤੀਸਰਾ ਪ੍ਰਮਾਣ, ਜਲ ਦਰ ਸੰਗਮ ਕੈ ਅਫਲ ਸਿੰਬਲ ਦੁਰਮ। ਕਹਿੰਦੇ ਜਿਹੜਾ ਸਿੰਬਲ ਦਾ ਦਰਖਤ ਹੈ ਵੇਖੋ ਕਿੰਨਾ ਵੱਡਾ ਹੋ ਜਾਂਦਾ, ਉੱਚਾ ਲੰਮਾ ਹੋ ਜਾਂਦਾ ਹੈ। ਸਿੰਬਲ ਰੁਖ ਸਰਾਇਰਾ ਅਤ ਦੀਰਘਤ ਮੁੱਚ ਹੋਏ ਜੇ ਆਵੇ ਆਸ ਕਰ ਜਾਏ ਨਿਰਾਸੇ ਕਿਤ ਫਲ ਫਿੱਕੇ ਫੁੱਲ ਬਕ ਬਕੇ ਕੰਮ ਨ ਆਵੇ ਪਤ। ਐਸਾ ਉਹ ਦਰਖਤ ਹੈ, ਪਰ ਉਹ ਸਿੰਬਲ ਦੇ ਦਰਖਤ ਨੂੰ ਸੰਗਤ ਹੋ ਗਈ ਚੰਦਨ ਦੀ। ਕੁਝ ਦਰਖਤ ਐਸੇ ਨੇ ਸ੍ਰਿਸ਼ਟੀ ਦੇ ਵਿੱਚ ਜਿਨ੍ਹਾਂ ਨੂੰ ਪਰਖ ਕੀਤੀ ਗਈ ਅਤੇ ਉਹਨਾਂ ਦੇ ਵਿੱਚ ਦੋਸ਼ ਪਾਇਆ ਗਿਆ, ਉਹਨਾਂ ਵਿੱਚ ਨੀਵਾਂਪਣ ਦੇਖਿਆ ਗਿਆ। ਇਸ ਕਰਕੇ ਸਿਆਣੇ ਪੁਰਸ਼ਾਂ ਨੇ ਆਖਿਆ ਵੀ ਇਹਨਾਂ ਦਰਖਤਾਂ ਨੂੰ ਨਾ ਵਰਤੋ। ਜਿਹੜਾ ਸਿੰਬਲ ਦਾ ਦਰਖਤ ਹੈ ਉੱਚਾ ਲੰਮਾ ਹੈ, ਪਰ ਉਹਦੇ ਵਿੱਚ ਕੋਈ ਸ਼ੁਭ ਗੁਣ ਦਿਖਾਈ ਨਹੀਂ ਦਿੰਦਾ। ਪੰਛੀ ਆਉਂਦੇ ਨੇ ਆਸ ਕਰਕੇ ਖਾਲੀ ਚਲੇ ਜਾਂਦੇ ਨੇ, ਨਾ ਛਾਂ ਹੈ ਨਾ ਉਹਦੇ ਫੁੱਲਾਂ ਵਿੱਚੋਂ ਸੁਗੰਧੀ ਆਉਂਦੀ ਹੈ, ਅਤੇ ਫੁੱਲ ਫਲ ਉਹਦੇ ਬਕ ਬਕੇ ਨੇ, ਬੇਰਸੇ ਨੇ। ਪਰ ਉਹਨੂੰ ਚੰਦਨ ਦੀ ਸੰਗਤ ਹੋ ਗਈ, ਚੰਦਨ ਦੀ ਸੰਗਤ ਕਰਕੇ ਉਹ ਸਿੰਬਲ ਦਾ ਦਰਖਤ ਵੀ ਕੀਮਤੀ ਹੋ ਗਿਆ। ਜਲ ਦਰ ਸੰਗਮ ਕੈ ਅਫਲ ਸਿੰਬਲ ਦੁਰਮ ਚੰਦਨ ਸੁਗੰਧ ਸੰਬੰਧ ਮਲਗਾਰ ਹੋ। ਮਹਾਰਾਜ ਇਸੇ ਤਰ੍ਹਾਂ ਮੈਂ ਵੀ ਦੋਸ਼ਾਂ ਨਾਲ ਹੀ ਭਰਿਆ ਪਿਆ ਹਾਂ, ਬੁਰਾਈਆਂ ਨਾਲ ਭਰਿਆ ਪਿਆ ਹਾਂ। ਮੈਂ ਵੀ ਕਿਸੇ ਦਾ ਭਲਾ ਨਹੀਂ ਕਰ ਸਕਦਾ, ਜਿਵੇਂ ਸਿੰਬਲ ਵੀ ਕਿਸੇ ਦਾ ਭਲਾ ਨਹੀਂ ਕਰਦਾ। ਨਾ ਤਾਂ ਉਹਦੀ ਛਾਂ ਹੈ, ਨਾ ਉਹਦੇ ਫੁੱਲ ਚੰਗੇ, ਨਾ ਉਹਦੇ ਫਲ। ਮੇਰਾ ਵੀ ਹਾਲ ਇਹੀ ਹੈ। ਪਰ ਹੇ ਵਾਹਿਗੁਰੂ, ਤੂੰ ਚੰਦਨ ਦੀ ਤਰ੍ਹਾਂ ਹੈ, ਅਤੇ ਮੈਂ ਸੁਣਿਆ ਹੈ ਚੰਦਨ ਦੀ ਸੰਗਤ ਕਰਕੇ ਸਿੰਬਲ ਦੀ ਲੱਕੜ ਵੀ ਮਹਿੰਗੀ ਹੋ ਜਾਂਦੀ ਹੈ, ਕੀਮਤੀ ਹੋ ਜਾਂਦੀ ਉਹ ਵੀ ਲੱਕੜ। ਇਸੇ ਤਰ੍ਹਾਂ ਵਾਹਿਗੁਰੂ, ਭਾਵੇਂ ਸਾਡੇ ਵਿੱਚ ਬੜੇ ਦੋਸ਼ ਨੇ, ਬੜੀਆਂ ਬੁਰਾਈਆਂ ਨੇ, ਪਰ ਤੂੰ ਬਹੁਤ ਮਹਾਨ ਹੈ। ਤੇਰੀ ਸੰਗਤ ਕਰਕੇ ਸਾਡਾ ਵੀ ਭਲਾ ਹੋ ਜਾਵੇਗਾ। ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋਂ ਠੋਰ। ਮੈਂ ਜਦੋਂ ਆਪਣੀ ਕਰਨੀ ਵੱਲ ਵੇਖਦਾ ਹਾਂ ਅਤੇ ਇਸ ਹਿਸਾਬ ਨਾਲ ਤਾਂ ਮੈਨੂੰ ਨਰਕਾਂ ਵਿੱਚ ਵੀ ਥਾਂ ਨਹੀਂ ਮਿਲੇਗੀ। ਤੁਸੀਂ ਇੱਕ ਸੁਣਦੇ ਹੋਵੋਗੇ ਬਜ਼ੁਰਗਾਂ ਕੋਲੋਂ, ਸਿਆਣਿਆਂ ਕੋਲੋਂ ਵੀ 84 ਲੱਖ ਨਰਕ ਹਨ, ਜਾਂ ਕਈਆਂ ਨੇ ਹੋਰ ਵੀ ਗਿਣਤੀ ਵੱਧ ਘੱਟ ਦੱਸੀ ਹੈ। ਜਿਹੜੀਆਂ 84 ਲੱਖ ਜੂਨੀਆਂ ਹਨ, ਇਹ 84 ਲੱਖ ਜੂਨੀਆਂ ਹੀ ਨਰਕ ਹਨ। 84 ਲੱਖ ਜੇ ਨਰਕ ਵੇਖਣੇ ਹੋਣ ਨਾ, 84 ਲੱਖ ਜੂਨੀਆਂ ਹੀ ਨਰਕ ਹਨ। ਮਨੁੱਖ ਪਰਮਾਤਮਾ ਦੀ ਬੰਦਗੀ ਤੋਂ ਬਿਨਾਂ ਜੀ ਰਿਹਾ ਹੈ ਤਾਂ ਇਹਦਾ ਇਹ ਮਨੁੱਖਾ ਦੇਹੀ ਨਹੀਂ, ਮਹਾਰਾਜ ਕਹਿੰਦੇ ਨਰਕ ਹੀ ਭੋਗ ਰਿਹਾ ਹੈ। ਜਿਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਰ ਲਾਏ। 84 ਨਰਕ ਸਾਕਤ ਭੋਗਾਈ ਹੈ, ਬਾਣੀ ਵਿੱਚ ਲਿਖਿਆ ਮਹਾਰਾਜ ਨੇ। 84 ਨਰਕ ਭਾਵ 84 ਲੱਖ ਜੂਨੀਆਂ ਦਾ ਜਿਹੜਾ ਨਰਕ ਹੈ ਉਹ ਸਾਕਤ ਭੋਗਦਾ ਹੈ। ਭਾਵੇਂ ਦੇਹੀ ਮਨੁੱਖਾਂ ਵਾਲੀ ਹੈ, ਕਰਤੂਤ ਪਸ਼ੂ ਕੀ ਮਾਨਸ ਜਾਤ। ਕਰਤੱਵ ਉਹਦੇ ਪਸ਼ੂਆਂ ਵਾਲੇ ਨੇ, ਨਰਕ ਹੀ ਭੋਗ ਰਿਹਾ ਹੈ। ਕਿਸੇ ਦੀ ਆਪਾਂ ਕਹਿੰਦੇ ਨੇ, ਕਈ ਸੁਣਿਆ ਹੋਣਾ ਵੀ ਗਤੀ ਹੋ ਗਈ, ਉਹਦੀ ਗਤੀ ਕਰਾਣੀ ਹੈ। ਗਤੀ ਹੋਣ ਦਾ ਭਾਵ ਹੈ ਵੀ ਉਹਨੂੰ ਅੱਗੇ ਥਾਂ ਮਿਲ ਗਈ ਹੈ। ਭਾਵੇਂ ਪਾਪੀ ਜੀਵ ਸੀ, ਪਰ ਉਹਨੂੰ ਕਿਸੇ ਜੂਨੀ ਦਾ ਸਰੀਰ ਮਿਲ ਗਿਆ, ਸਮਝ ਲਓ ਉਹਦੀ ਗਤੀ ਹੋ ਗਈ, ਕਿਉਂਕਿ ਉਹਦੀ ਆਤਮਾ ਨੂੰ ਉਹ ਟਿਕਾਣਾ ਮਿਲ ਗਿਆ ਹੈ। ਜਿਸ ਜੀਵ ਆਤਮਾ ਨੂੰ ਟਿਕਾਣਾ ਨਾ ਮਿਲੇ, ਨਰਕਾਂ ਵਿੱਚ ਵੀ ਥਾਂ ਨਾ ਮਿਲੇ, ਭਾਵ ਉਹ ਭਟਕਦੀ ਰਹਿੰਦੀ ਹੈ। ਆਤਮਾ ਨੂੰ ਅੱਗੇ ਕੋਈ ਵੀ ਥਾਂ ਮਿਲ ਜਾਵੇ, ਆਤਮਾ ਉਸੇ ਸਰੀਰ ਨੂੰ ਹੀ ਆਪਣਾ ਸਭ ਕੁਝ ਮੰਨ ਲੈਂਦੀ ਹੈ। ਤੁਸੀਂ ਵੇਖੋ ਪਸ਼ੂ ਪੰਛੀ ਜਾਨਵਰ, ਸੱਪ ਨੂੰ ਵੀ ਜਿਹੜੀ ਆਤਮਾ ਉਹਦੇ ਵਿੱਚ ਵੀ ਸਾਡੇ ਵਾਲੀ ਹੈ, ਪਰ ਉਹਨੂੰ ਆਪਣਾ ਉਹ ਜੀਵਨ ਚੰਗਾ ਲੱਗਣ ਲੱਗ ਜਾਂਦਾ ਹੈ।
ਆਤਮਾ ਨੂੰ ਟਿਕਾਣਾ ਮਿਲ ਗਿਆ, ਰਹਿਣ ਵਾਸਤੇ ਸਰੀਰ ਮਿਲ ਗਿਆ, ਭਾਵੇਂ ਕੋਈ ਵੀ ਹੈ। ਜਦੋਂ ਮੈਂ ਆਪਣੀ ਕਰਨੀ ਵੱਲ ਵੇਖਦਾ ਹਾਂ, ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੋਰ, ਨਰਕਾਂ ਵਿੱਚ ਵੀ ਥਾਂ ਨਹੀਂ ਮਿਲੇਗੀ। ਪਰ ਹੇ ਵਾਹਿਗੁਰੂ ਤੇਰੀ ਸ਼ਰਨ ਵਿੱਚ ਆ ਗਏ, ਤੁਮਰੋ ਕਰਨੀ ਕਰ ਆਸਰੋ ਸੁਮਾਰ ਹੋਂ। ਮਹਾਰਾਜ ਤੁਹਾਡੇ ਆਸਰੇ ਵਿੱਚ, ਤੁਹਾਡੀ ਓਟ ਵਿੱਚ ਮੈਨੂੰ ਬੇਸ਼ੁਮਾਰ ਬੇਅਥਾ ਆਸਰਾ ਮਿਲ ਗਿਆ, ਓਟ ਮਿਲ ਗਈ, ਮੈਂ ਹੁਣ ਭਟਕਾਂਗਾ ਨਹੀਂ। ਐਸਾ ਉੱਤਮ ਜਗਿਆਸੂ ਦੀ ਅਵਸਥਾ ਸਿਮਰਨ ਕਰਕੇ ਆਪਣਾ ਆਪ ਦਿਖਾਈ ਦੇਣ ਲੱਗ ਪੈਂਦਾ ਹੈ, ਤੇ ਪਰਮਾਤਮਾ ਦੀ ਵਿਸ਼ਾਲਤਾ ਮਹਾਨਤਾ ਵੀ ਦਿਖਾਈ ਦੇਣ ਲੱਗ ਪੈਂਦੀ ਹੈ। ਪੰਚਮ ਪਾਤਸ਼ਾਹ ਕਹਿੰਦੇ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤਰ ਸਿਆਣੇ, ਤੂੰ ਸਰਵ ਕਲਾ ਕਾ ਗਿਆਤਾ। ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕਰ ਦੇਸਾ। ਤੁਮ ਸਭ ਸਾਜੇ ਸਾਜ ਨਿਵਾਜੇ, ਜੀਓ ਪਿੰਡ ਦੇ ਪ੍ਰਾਨਾ, ਨਿਰਗੁਣ ਯਾਰੇ ਗੁਣ ਨੀ ਕੋਈ, ਤੁਮ ਦਾਨ ਦਿਓ ਮਿਹਰਬਾਨਾ। तुम करो भला हम भलो न जाने, तुम सदा सदा दयाला, तुम सुखदाई पुरख विधाते, तुम राखो अपने बाला। तुम निधान अटल सुल्तान, जी जंत सब जाचै, कहो नानक हम यह हवाला, राख संतन कै पाछै। भगत रविदास जी फरमान कर रहे ने, आसा तुम चंदना मिरंड बापरे, संग तुम्हारे वासा। हे वाहिगुरु तुम चंदन की तरह कीमती हो। ਅਸੀਂ ਰਿੰਡ ਦਾ ਜਿਹੜਾ ਬੂਟਾ ਹੁੰਦਾ ਹੈ, ਉਹ ਰਿੰਡ ਦੀ ਲੱਕੜ ਕੋਈ ਖਾਸ ਨਹੀਂ ਹੁੰਦੀ। ਸਾਡਾ ਹਾਲ ਉਹੀ ਹੈ, ਅਸੀਂ ਰਿੰਡ ਦੇ ਦਰਖਤ ਦੀ ਤਰ੍ਹਾਂ, ਬੂਟੇ ਦੀ ਤਰ੍ਹਾਂ ਹਾਂ। ਤੇ ਮਹਾਰਾਜ ਪਰ ਕਿਰਪਾ ਹੋ ਗਈ, ਤੇਰਾ ਸੰਗ ਮਿਲ ਗਿਆ ਸਾਨੂੰ। तुम चंदन हम इरंड बापरे, संग तुम्हारे बासा। असी बेचारे रिंड हाँ, तू चंदन है, तेरा संग मिल गया सानू। आपां औगणा दे भरे होए हाँ, बाणी चंदन की तरह है, सानू बाणी दी संग मिल गया, बाणी की संगत मिल गई, गुरु दे शब्द का संग मिल गया। है तां नीच हर समय माड़े फुरने अंदर चलते ने, ਅੰਦਰ ਮਲੀਨਤਾ ਨਾਲ ਭਰਿਆ ਹੋਇਆ, ਪਰ ਗੁਰੂ ਦੀ ਬਾਣੀ ਮਹਾਨ, ਗੁਰੂ ਦੀ ਬਾਣੀ ਅਥਾ, ਐਸੀ ਬਾਣੀ ਦੀ ਸਾਨੂੰ ਸੰਗਤ ਮਿਲ ਗਈ ਹੈ, ਜਿਸ ਨੂੰ ਬਾਬਤ ਮਹਾਰਾਜ ਕਹਿੰਦੇ, ਰਤਨਾ ਰਤਨ ਪਦਾਰਥ ਵੋ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਨੀਚ ਰੂਖ ਤੇ ਊਚ ਭਏ ਐ, ਗੰਧ ਸੁਗੰਧ ਨਿਵਾਸਾ। ਨੀਵਾਂ ਰੁੱਖ ਸੀ, ਨਖਿੱਧ ਰੁੱਖ ਸੀ, ਪਰ ਚੰਦਨ ਦੀ ਸੰਗਤ ਕਰਕੇ ਉੱਚਾ ਹੋ ਗਿਆ, ਕੀਮਤੀ ਹੋ ਗਿਆ। ਇਸੇ ਤਰ੍ਹਾਂ ਅਸੀਂ ਜੀਵ ਨੀਵੇਂ ਸੀ, ਤੁੱਛ ਸੀ, ਪਰ ਮਹਾਰਾਜ ਤੁਹਾਡੀ ਸੰਗਤ ਕਰਕੇ ਉੱਚੇ ਹੋ ਗਏ। ਭਾਈ ਗੁਰਦਾਸ ਜੀ ਭਗਤ ਰਵਿਦਾਸ ਜੀ ਬਾਰੇ ਲਿਖਦੇ ਨੇ, ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੈ ਰਾਹ ਵਿੱਚ ਕੁਲਾ, ਧਰਮ ਢੋਏ ਢੋਰ ਸਮੇਟਾ। ਜਿਉਂ ਕਰ ਮੈਲੇ ਚੀਥੜੇ ਹੀਰਾ ਲਾਲ, ਅਮੋਲ ਪਲੇਟਾ। ਕਹਿੰਦੇ ਭਗਤ ਰਵਿਦਾਸ ਜਿਨ੍ਹਾਂ ਨੂੰ ਹਰ ਇੱਕ ਪਾਸੇ ਤੋਂ ਦੁਰਕਾਰਿਆ ਜਾਂਦਾ ਸੀ, ਮਾੜਾ ਆਖਿਆ ਜਾਂਦਾ ਸੀ, ਉਹ ਭਗਤ ਰਵਿਦਾਸ ਜਦੋਂ ਉਹਨਾਂ ਨੇ ਰੱਬ ਦਾ ਨਾਮ ਜਪਿਆ, ਉਹਨਾਂ ਨੂੰ ਭਗਤ ਕਰਕੇ ਪੂਜਿਆ ਗਿਆ। ਭਗਤ ਜਗ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ। ਆਪਣੀ ਕੁਲ ਦਾ ਕਰਮ ਜਿਹੜਾ ਉਹ ਕਰਦੇ ਸਨ, ਲੋਕ ਨਫ਼ਰਤ ਕਰਦੇ ਸਨ, ਮਾੜੀਆਂ ਨਿਗਾਹ ਨਾਲ ਵੇਖਦੇ ਸਨ, ਪਰ ਜਦੋਂ ਉਹਨਾਂ ਨੇ ਨਾਮ ਜਪਿਆ ਤੇ ਚਾਰੇ ਵਰਨਾਂ ਦੇ ਲੋਕ ਆ ਕੇ ਉਹਨਾਂ ਦੇ ਪੈਰਾਂ 'ਤੇ ਮੱਥਾ ਟੇਕਣ ਲੱਗ ਪਏ। ਇੱਥੇ ਵੀ ਭਗਤ ਰਵਿਦਾਸ ਜੀ ਫਰਮਾਨ ਕਰਦੇ ਨੇ, ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਸਾਡੇ ਅੰਦਰ ਵੀ ਉਹ ਸੁਗੰਧੀ ਆ ਗਈ ਹੈ,
ਸਾਡੇ ਅੰਦਰੋਂ ਮਾੜੀ ਗੰਧ ਚਲੀ ਗਈ, ਸੁਗੰਧ ਭਰ ਦਿੱਤੀ, ਤੁਸੀਂ ਕਿਰਪਾ ਕਰ ਦਿੱਤੀ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਣ ਤੁਮ ਉਪਕਾਰੀ ਰਹਾਓ। ਹੇ ਮਾਧੋ, ਹੇ ਵਾਹਿਗੁਰੂ, ਸਾਡੇ ਤੇ ਕਿਰਪਾ ਕਰ। ਬਸ ਇਹ ਕਿਰਪਾ ਬਣਾ ਕੇ ਰੱਖੀ, ਸਦਾ ਆਪਣੀ ਸਤ ਸੰਗਤ ਅਤੇ ਆਪਣੀ ਸ਼ਰਨ ਵਿੱਚ ਰੱਖੀ ਜੇ। ਜਿਵੇਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਮੁਖ ਦੀ ਅਵਸਥਾ ਨੂੰ ਬਿਆਨ ਕਰਦੇ ਨੇ। ਉੱਥੇ ਮਹਾਰਾਜ ਕਹਿੰਦੇ ਹਨ, ਜਦੋਂ ਕੋਈ ਸਾਧਨਾ ਵਿੱਚ ਸਫਲ ਹੁੰਦਾ ਹੈ ਨਾ, ਉਦੋਂ ਉਹਦੇ ਅੰਦਰ ਕੀ ਮੰਗ ਚੱਲਦੀ ਹੈ। ਆਪਾਂ ਵੇਖੋ, ਪਹਿਲੀ ਗੱਲ ਤਾਂ ਸਾਡੀ ਕੋਈ ਸਾਧਨਾ ਨਹੀਂ ਹੈ, ਅਤੇ ਦੂਜਾ ਸਾਡੀ ਮੰਗ ਜਿਹੜੀ ਹੈ ਉਹ ਦੁਨਿਆਵੀ ਹੈ। ਗੁਰਮੁਖ ਦੀ ਸਾਧਨਾ ਹੈ, ਸਾਧਨਾ ਕਰਕੇ ਅੰਦਰ ਅਵਸਥਾ ਬਣਦੀ ਹੈ ਅਤੇ ਫਿਰ ਉਹਦੇ ਅੰਦਰ ਮੰਗ ਪੈਦਾ ਹੁੰਦੀ ਹੈ। ਮੋਤੀ ਤਾਂ ਮੰਦਰ ਉਸਰੈ, ਰਤਨੀ ਤਾਂ ਹੋਏ ਜੜਾਓ, ਕਸਤੂਰ ਕੁੰਗੂ ਅਗਰ ਚੰਦਨ ਲੀ ਪਾਵੈ ਚਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿਤ ਨ ਆਵੈ ਨਾਓ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ, ਧਰਤੀ ਤਾਂ ਹੀਰੇ ਲਾਲ ਜੜਤੀ, ਪਲੰਗ ਲਾਲ ਜੜਾਓ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਐਸੇ ਪਦਾਰਥ ਤਰ੍ਹਾਂ ਤਰ੍ਹਾਂ ਦੇ ਉਹਦੇ ਸਾਹਮਣੇ ਆਉਂਦੇ ਹਨ। ਮਣੀ ਮੁਖ ਮਣੀ ਸੋਹੈ, ਕਰੇ ਰੰਗ ਪਸਾਓ, ਮਤ ਦੇਖ ਭੂਲਾ ਵਿਸਰੈ, ਤੇਰਾ ਚਿੱਤ ਨ ਆਵੈ ਨਾਉ। ਤਰ੍ਹਾਂ ਤਰ੍ਹਾਂ ਦੇ ਪਦਾਰਥ ਵੇਖ ਕੇ ਆਪਾਂ ਭਟਕ ਜਾਂਦੇ ਹਾਂ, ਪਰ ਗੁਰਮੁਖ ਜਿਹੜਾ ਸਫਲ ਹੋਇਆ ਹੈ ਸਾਧਨਾ ਦੇ ਵਿੱਚ, ਉਹ ਜਦੋਂ ਪਦਾਰਥ ਸਾਹਮਣੇ ਆਉਂਦੇ ਨੇ ਉਹ ਅਰਦਾਸ ਕਰਦਾ ਹੈ, ਮਾਲਕ ਕਿਰਪਾ ਕਰੀ, ਮਤਾ ਇਹਨਾਂ ਨੂੰ ਵੇਖ ਕੇ ਤੈਨੂੰ ਭੁੱਲ ਜਾਵਾਂ। ਹਰ ਬਿਨ ਜੀਓ ਜਲ ਬਲ ਜਾਓ। ਪੁੱਛਿਆ ਜੀ ਕਿਉਂ, ਵੀ ਪਦਾਰਥ ਕਿਉਂ ਨਹੀਂ ਚੰਗੇ ਲੱਗਦੇ? ਉਹ ਕਹਿੰਦੇ ਵੀ ਪਦਾਰਥਾਂ ਵਿੱਚ ਜਿੰਨਾ ਵੜਾਂਗੇ ਓਨੇ ਦੁਖੀ ਹੋਵਾਂਗੇ, ਪਰਮਾਤਮਾ ਤੋਂ ਜਿੰਨਾ ਦੂਰ ਜਾਵਾਂਗੇ ਓਨਾ ਦੁਖੀ ਹੋਵਾਂਗੇ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ ਅਵਰ ਨਾਹੀ ਥਾਓ। ਮੈਂ ਆਪਣੇ ਗੁਰੂ ਨੂੰ ਪੁੱਛ ਕੇ ਵੇਖਿਆ ਹੈ, ਗੁਰੂ ਨੇ ਦੱਸ ਦਿੱਤਾ ਵੀ ਨਾਮ ਤੋਂ ਬਿਨਾਂ ਹੋਰ ਤੈਨੂੰ ਕੋਈ ਸੁੱਖ ਨਹੀਂ ਦੇ ਸਕਦਾ। ਜੋ ਸੁਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੈ। ਮਹਾਰਾਜ ਨੇ ਕਹਿਤਾ ਬਾਣੀ ਵਿੱਚ, ਸਦੀਵੀ ਸੁਖ ਚਾਹੁੰਦਾ ਹੈ, ਆਪਾਂ ਸਾਰੇ ਚਾਹੁੰਦੇ ਹਾਂ ਔਰ ਚਾਹਣਾ ਵੀ ਚਾਹੀਦਾ ਹੈ, ਕਿਉਂਕਿ ਅਸੀਂ ਸੁੱਖ ਦੇ ਸਾਗਰ ਪਰਮਾਤਮਾ ਦੀ ਅੰਸ਼ ਹਾਂ। ਸਾਡਾ ਹੱਕ ਬਣਦਾ ਹੈ ਸੁੱਖ ਦੀ ਮੰਗ ਕਰੀਏ, ਕਿਉਂਕਿ ਅਸੀਂ ਆਏ ਉੱਥੋਂ ਹਾਂ। ਪਰ ਮੰਗ ਦੇ ਨਾਲ ਫਰਜ਼ ਵੀ ਹੁੰਦਾ ਹੈ। ਅਧਿਕਾਰ ਅਤੇ ਮੰਗ, ਫਰਜ਼ ਦੋ ਚੀਜ਼ਾਂ ਹੁੰਦੀਆਂ ਨੇ। ਇੱਕ ਅਧਿਕਾਰ ਹੁੰਦਾ, ਇੱਕ ਫਰਜ਼ ਹੁੰਦਾ ਹੈ। ਆਪਾਂ ਕਹਿੰਦੇ ਹਾਂ ਇਸ ਚੀਜ਼ 'ਤੇ ਮੇਰਾ ਅਧਿਕਾਰ ਹੈ, ਪਰ ਸਾਡਾ ਫਰਜ਼ ਵੀ ਤਾਂ ਨਾਲ ਹੁੰਦਾ ਹੈ। ਤੋ ਇਸ ਤਰ੍ਹਾਂ ਉਹ ਗੁਰਮੁਖ ਕਹਿੰਦਾ ਹੈ ਕਿ ਹੇ ਮਾਲਕ, ਮਤਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਮੈਂ ਸਤ ਸੰਗਤ ਵਿੱਚ ਆਉਣਾ ਭੁੱਲ ਜਾਵਾਂ, ਨਾਮ ਜਪਣਾ ਭੁੱਲ ਜਾਵਾਂ, ਕਿਰਪਾ ਕਰੀ। ਜਿਵੇਂ ਭਗਤ ਰਵਿਦਾਸ ਜੀ ਕਹਿੰਦੇ ਨੇ, ਮਾਧੋ ਸਤ ਸੰਗਤ ਸ਼ਰਨ ਤੁਮਾਰੀ। ਹੇ ਮਾਧੋ, ਮਾਇਆ ਦੇ ਪਤੀ ਪਰਮਾਤਮਾ ਵਾਹਿਗੁਰੂ, ਅਸੀਂ ਤੇਰੀ ਸਤ ਸੰਗਤ ਦੇ ਵਿੱਚ, ਤੇਰੀ ਸ਼ਰਨ ਵਿੱਚ ਆਏ ਹਾਂ। ਹਮ ਔਗਣ ਤੁਮ ਉਪਕਾਰੀ, ਅਸੀਂ ਤਾਂ ਔਗਣਾਂ ਨਾਲ ਭਰੇ ਹੋਏ ਹਾਂ, ਤੁਸੀਂ ਸਦਾ ਉਪਕਾਰ ਕਰਨ ਵਾਲੇ ਹੋ, ਬਖਸ਼ਿਸ਼ਾਂ ਕਰਨ ਵਾਲੇ ਹੋ। ਸਾਡੇ 'ਤੇ ਬਖਸ਼ਿਸ਼ ਕਰਨੀ ਕਿ ਸਦਾ ਆਪਣੀ ਸੰਗਤ ਵਿੱਚ ਰੱਖਣਾ ਰਹਾਓ। ਵਿਸ਼ਰਾਮ ਦੇ ਕੇ ਕਹਿੰਦੇ ਨੇ, ਤੁਮ ਮਖਤੂਲ ਸੁਪੇਦ ਸਪੀ ਅਲੰਬ ਪਰੇ ਜਸਕੀਰਾ। ਹੇ ਵਾਹਿਗੁਰੂ, ਤੂੰ ਕੀਮਤੀ ਮਖਤੂਲ ਰੇਸ਼ਮ ਦਾ ਪੀਲਾ ਅਤੇ ਚਿੱਟੇ ਰੰਗ ਦਾ ਕੱਪੜਾ ਹੈ, ਬੜਾ ਕੀਮਤੀ। ਅਤੇ ਅਸੀਂ ਉਸ ਕੀੜੇ ਦੀ ਤਰ੍ਹਾਂ ਹਾਂ ਜਿਹੜੇ ਰੇਸ਼ਮ ਨੂੰ ਤਿਆਗ ਕੇ ਬਾਹਰ ਚਲਾ ਜਾਂਦਾ, ਉਹ ਮਰ ਜਾਂਦਾ ਹੈ। ਰੇਸ਼ਮ ਦਾ ਕੀੜਾ ਜਿਹੜਾ ਹੁੰਦਾ ਨਾ, ਉਹ ਰੇਸ਼ਮ ਦਾ ਤਿਆਗ ਕਰਦਾ ਹੈ ਅਤੇ ਪੱਤੇ ਖਾਂਦਾ ਸਤੂਤ ਦੇ ਜਾ ਕੇ। ਕਹਿੰਦੇ ਉਹ ਰੇਸ਼ਮ ਦਾ ਕੀੜਾ ਜਦੋਂ ਇੱਦਾਂ ਰੇਸ਼ਮ ਨੂੰ ਤਿਆਗਦਾ ਹੈ ਅਤੇ ਫਿਰ ਉਹ ਮਰ ਜਾਂਦਾ ਹੈ, ਜਿਵੇਂ ਉਹਦੇ ਅੰਦਰੋਂ ਖਤਮ ਹੁੰਦਾ ਹੈ। ਇਸੇ ਤਰ੍ਹਾਂ ਅਸੀਂ ਜੀਵ, ਸਾਡੇ ਅੰਦਰ ਜੋ ਦੈਵੀ ਗੁਣ ਨੇ ਉਹਨਾਂ ਨੂੰ ਗਵਾ ਦਿੱਤਾ। ਅਸੀਂ ਔਗਣਾਂ ਨੂੰ ਧਾਰਨ ਕਰ ਲਿਆ, ਮਾੜੇ ਕਰਮਾਂ ਨੂੰ ਧਾਰਨ ਕਰ ਲਿਆ।
दैवी गुण भी साडे अंदर ही छुपे हुए ने, ਉਹਨਾਂ ਨੂੰ ਅਸੀਂ ਧਾਰਨ ਨਹੀਂ ਕੀਤਾ ਆਪਣੇ ਜੀਵਨ ਦੇ ਵਿੱਚ, ਉਹ ਤਿਆਗ ਦਿੱਤੇ। ਜਿਵੇਂ ਸੱਚ ਬੋਲਣਾ, ਦਇਆ ਕਰਨੀ, ਖਿਮਾ ਕਰਨੀ, ਪ੍ਰੇਮ ਦੇ ਨਾਲ ਬਾਣੀ ਪੜ੍ਹਨੀ, ਸਾਧਨਾ ਕਰਨੀ, ਇਤਿਆਦਿਕ ਇਹ ਜਿਹੜੇ दैवी गुण ਹਨ। ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧਵ ਮਖੀਰਾ। ਮਹਾਰਾਜ ਸਾਡੇ 'ਤੇ ਕਿਰਪਾ ਕਰ, ਅਸੀਂ ਸਤ ਸੰਗਤ ਦੇ ਵਿੱਚ ਮਿਲ ਕੇ ਰਹੀਏ। ਮਿਲਣਾ ਵੀ ਗੁਰਮੁਖੋ ਦੋ ਤਰ੍ਹਾਂ ਦਾ ਹੁੰਦਾ ਹੈ। ਇੱਕ ਹੁੰਦਾ ਹੈ ਸਰੀਰ ਦਾ ਮਿਲਣਾ, ਇੱਕ ਹੁੰਦਾ ਹੈ ਮਨ ਦਾ ਮਿਲਣਾ। ਸਰੀਰ ਕਰਕੇ ਆਪਾਂ ਵੇਖਦੇ ਹਾਂ ਆਪਣੇ ਘਰਾਂ ਵਿੱਚ ਕੋਈ ਪ੍ਰੋਗਰਾਮ ਹੋਵੇ ਨਾ, ਉਹ ਭੈਣ ਭਰਾ ਵੀ ਆ ਜਾਂਦੇ ਨੇ ਜਿਹੜੇ ਅੰਦਰੋਂ ਸਾਡੇ ਨਾਲ ਖਾਰ ਰੱਖਦੇ ਨੇ, ਜਾਂ ਜਿਨ੍ਹਾਂ ਨਾਲ ਆਪਾਂ ਖਾਰ ਰੱਖਦੇ ਹਾਂ, ਆਪਾਂ ਵੀ ਉਹਨਾਂ ਦੇ ਘਰ ਚਲੇ ਜਾਂਦੇ ਹਾਂ ਲੋਕਾਚਾਰੀ, ਪਰ ਅੰਦਰੋਂ ਸਾਡਾ ਮਨ ਉਹਨਾਂ ਦੇ ਨਾਲ ਨਹੀਂ ਮਿਲਦਾ, ਉਹਨਾਂ ਦਾ ਸਾਡੇ ਨਾਲ ਨਹੀਂ ਮਿਲਦਾ। ਉਹ ਮਿਲਣਾ ਕਿਸੇ ਕੰਮ ਨਹੀਂ ਹੈ। ਲੋਕਾਚਾਰੀ ਲੋਕਾਚਾਰ ਹੋਏ ਵੱਡੇ ਕੁਚਾਰੇ, ਭਾਈ ਗੁਰਦਾਸ ਜੀ ਲਿਖਦੇ ਨੇ। ਇਸੇ ਤਰ੍ਹਾਂ ਗੁਰੂ ਕੋਲ ਵੀ ਆਪਾਂ ਆਉਂਦੇ ਹਾਂ ਲੋਕਾਚਾਰੀ ਆਉਂਦੇ ਹਾਂ, ਵੀ ਸਿੱਖ ਹਾਂ ਚਲੋ ਗੁਰੂ ਘਰ ਜਾਈਏ, ਮਨ ਕਰਕੇ ਤੇ ਕੋਈ ਵਿਰਲਾ ਹੀ ਗੁਰੂ ਕੋਲ ਆਉਂਦਾ ਹੈ। ਸਰੀਰ ਕਰਕੇ ਬੜੀ ਦੁਨੀਆ ਆਉਂਦੀ। ਮਹਾਰਾਜ ਨੇ ਬਾਣੀ ਵਿੱਚ ਲਿਖਿਆ ਹੈ, ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਪਾਤਸ਼ਾਹ ਬਾਣੀ ਵਿੱਚ ਲਿਖ ਗਏ ਨੇ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ ਗਾਵਿਆ, ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਆਉਂਦੇ ਨੇ ਉਹ ਸੇਵਕ ਸਿੱਖ ਵੀ ਅਖਵਾਉਂਦੇ ਨੇ, ਪਰ ਮਹਾਰਾਜ ਕਹਿੰਦੇ ਗੱਲ ਨਹੀਂ ਬਣਦੀ। ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ, ਜਗਤ ਸੰਸਾਰ ਡਿਠੈ ਮੁਕਤ ਨ ਹੋਵੀ ਜਿਚਰ, ਸ਼ਬਦ ਨਾ ਕਰੇ ਵਿਚਾਰ। ਸਾਡਾ ਮਨ ਨਹੀਂ ਗੁਰੂ ਨਾਲ ਮਿਲਦਾ, ਤਨ ਕਰਕੇ ਤੇ ਆਪਾਂ ਗੁਰੂ ਕੋਲ ਆਉਂਦੇ ਹਾਂ, ਬੈਠੇ ਰਹਿੰਦੇ ਹਾਂ। ਤੋ ਭਗਤ ਰਵਿਦਾਸ ਜੀ ਫਰਮਾਨ ਕਰਦੇ ਨੇ, ਇਸ ਤਰ੍ਹਾਂ ਮਿਲ ਕੇ ਰਹਿਣਾ ਸੰਗਤ ਦੇ ਵਿੱਚ, ਜਿਵੇਂ ਮਧੂ ਮੱਖੀ ਛਾਤੇ 'ਤੇ ਬੈਠੀ ਹੁੰਦੀ ਹੈ ਨਾ, ਕਦੇ ਵੇਖੋ ਕਿੰਨਾ ਉਹਦੀ ਇਕਾਗਰਤਾ ਹੁੰਦੀ ਹੈ। ਬਸ ਬਿਲਕੁਲ ਭੁੱਲ ਜਾਣਾ ਜਦੋਂ ਗੁਰੂ ਦੀ ਸੰਗਤ ਵਿੱਚ ਬੈਠਣਾ, ਜਦੋਂ ਬਾਣੀ ਦੇ ਨਾਲ ਜੁੜਨਾ ਹੈ, ਸੰਸਾਰ ਨੂੰ ਵਿਸਾਰ ਦੇਣਾ ਹੈ। ਐਸੇ ਜਦੋਂ ਜੁੜ ਕੇ ਕੋਈ ਸਾਧਨਾ ਕਰੇਗਾ ਉਹ ਸਫਲ ਹੋਵੇਗਾ। ਜਾਤੀ ਓਛਾ ਪਾਤੀ ਓਛਾ, ਓਛਾ ਜਨਮਾ ਮਾਰਾ। ਭਗਤ ਰਵਿਦਾਸ ਜੀ ਕਹਿੰਦੇ ਹਨ ਕਿ ਲੋਕਾਂ ਦੀ ਨਿਗਾਹ ਵਿੱਚ ਸਾਡੀ ਜਾਤ ਨੀਵੀਂ, ਸਾਡੀ ਵੰਸ਼ ਵੀ ਨੀਵੀਂ, ਕੁੱਲ ਵੀ ਨੀਵੀਂ, ਅਤੇ ਸਾਡਾ ਜਨਮ ਵੀ ਨੀਵਾਂ ਮੰਨਿਆ ਗਿਆ ਹੈ। ਪਰ ਅਸਲ ਵਿੱਚ ਜਾਤ ਵੰਸ਼ ਨੀਵਾਂ ਜਨਮ ਉਹਦਾ ਹੈ ਜਿਹੜਾ ਰੱਬ ਨਾਲੋਂ ਟੁੱਟਿਆ ਹੋਇਆ ਹੈ, ਜਿਹਨੇ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਰਾਜਾ ਰਾਮ ਕੀ ਸੇਵਨਾ ਕੀਨੀ, ਕਹਿ ਰਵਿਦਾਸ ਚਮਾਰਾ। ਹੇ ਮਾਲਕ, ਸਾਡਾ ਜਨਮ ਜਾਤ ਵੰਸ਼ ਇਹ ਨੀਵਾਂ ਤਾਂ ਹੈ ਜੇ ਅਸੀਂ ਤੇਰੀ ਸੇਵਾ ਨਾ ਕਰੀਏ। ਇਸ ਕਰਕੇ ਕਿਰਪਾ ਕਰ ਤੂੰ ਸਾਨੂੰ ਆਪਣੀ ਭਗਤੀ ਦੇ, ਸਿਮਰਨ ਦੇ, ਕਿਉਂਕਿ ਗੁਰਮੁਖ ਨੂੰ ਇਹ ਪਤਾ ਲੱਗ ਜਾਂਦਾ ਹੈ ਜਨਮ ਨੀਵਾਂ ਕਿਹਦਾ ਹੈ, ਜਾਤ ਨੀਵੀਂ ਕਿਹਦੀ, ਵੰਸ਼ ਨੀਵਾਂ ਕਿਹਦਾ ਹੈ। ਭਗਤ ਕਬੀਰ ਸਾਹਿਬ ਕਹਿੰਦੇ, ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ। ਉਹ ਮਾਂ ਵਿਧਵਾ ਹੀ ਕਿਉਂ ਨਹੀਂ ਹੋ ਗਈ ਵਿਆਹ ਤੋਂ ਬਾਅਦ ਹੀ, ਜਿਹਦੀ ਕੁੱਖ ਤੋਂ ਜਨਮ ਲੈਣ ਵਾਲਾ ਬੱਚਾ ਰੱਬ ਦੇ ਗਿਆਨ ਦੀ ਗੱਲ ਹੀ ਨਹੀਂ ਕਰਦਾ, ਕੋਈ ਰੱਬ ਦੇ ਘਰ ਦੀ ਗੱਲ ਹੀ ਨਹੀਂ ਕਰਦਾ। ਵਿਧਵਾ ਕਸ ਨਾ ਭਈ ਮੈਂ ਤਾਰੀ। ਜਿਸ ਕੁਲ ਦੇ ਵਿੱਚ ਕੋਈ ਗਿਆਨਵਾਨ ਰੱਬ ਦੇ ਘਰ ਦੀ ਗੱਲ ਕਰਨ ਵਾਲਾ ਪੁੱਤਰ ਹੀ ਨਹੀਂ ਪੈਦਾ ਹੈ। ਜੇ ਕੁਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮੈਂ ਤਾਰੀ। ਹੋਰ ਵੀ ਬਚਨ ਇਸ ਪ੍ਰਥਾਏ ਆਉਂਦੇ ਹਨ। ਭਾਵ ਨੀਵਾਂ ਉਹ ਹੈ, ਉਹਦੀ ਕੁਲ ਨੀਵੀਂ, ਉਹਦਾ ਜਨਮ ਨੀਵਾਂ, ਉਹਦੀ ਵੰਸ਼ ਨੀਵੀਂ, ਉਹਦੀ ਜਾਤ ਨੀਵੀਂ, ਜਿਹਨੇ ਰੱਬ ਵਸਾਰਿਆ ਹੋਇਆ ਹੈ, ਜਿਹਨੇ ਰੱਬ ਜਪਦਾ, ਰੱਬ ਦਾ ਨਾਮ ਜਪਿਆ, ਪਰਮੇਸ਼ਵਰ ਦਾ ਨਾਮ ਜਪਿਆ, ਉਹ ਤਾਂ ਸਭ ਨਾਲੋਂ ਉੱਚਾ ਹੈ। ਸਤਿਗੁਰੂ ਮਿਹਰਾਮਤ ਕਰਨ, ਅੰਮ੍ਰਿਤ ਬਚਨਾਂ ਨੂੰ ਕਮਾਈਏ, ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।